पर वो जिहड़ी गल ते तुसीं कहा सी वो तुसीं नहीं कुछ भी कहा, मैं ही तुहानूं कहा कि गां पार्टी ने मेरियां जड़ां पट दित्तियां। वो भी राजनीतिक पार्टी है, उन्हें राजनीति कर ली मेरे नाल। किते ना किते ये लग्या कि सोनू सूद जी उन्हां दी जिहड़ी हैगी आ स्टारडम ਉਹਨੂੰ ਵਰਤ ਲਿਆ ਜਾਵੇ। ਕਾਂਗਰਸ ਵਾਲੇ ਠੱਗੇ ਗਏ। ਸੋਨੂ ਸੂਦ ਜੀ ਦਾ ਨਾਂ ਲੈ ਕੇ ਤੇ ਟਿਕਟ ਉਹਨਾਂ ਨੇ ਆਪਦੀ ਭੈਣ ਨੂੰ ਦਵਾ ਦਿੱਤੀ। ਔਰ ਜਿਸ ਦਿਨ ਇਹਨਾਂ ਨੇ ਉਹਨਾਂ ਦੀ ਭੈਣ ਨੂੰ ਮਾਲਵਿਕਾ ਜੀ ਨੂੰ ਜੁਆਇਨ ਕਰਾਇਆ, ਉਦੋਂ ਵੀ ਉਹਨਾਂ ਨੇ ਸੋਨੂ ਜੀ ਨੇ ਕੈਮਰੇ ਤੇ ਬਾਅਦ ਵਿੱਚ ਹਾਜ਼ਰ ਹੋ ਕੇ ਕਿਹਾ ਮੈਂ ਤਾਂ ਪਾਰਟੀ ਜੁਆਇਨ ਨਹੀਂ ਕੀਤੀ, ਇਹ ਮਾਲਵਿਕਾ ਦਾ ਫੈਸਲਾ ਮੇਰੀ ਭੈਣ ਨੇ ਜੁਆਇਨ ਕੀਤੀ। ਮੇਰੇ ਸਰਪੰਚਿਸ ਮੇਰੇ ਕਾਰਪੋਰੇਸ਼ਨ ਦੇ ਨੁਮਾਇੰਦੇ ਉਹਨਾਂ ਨੇ ਤਾਂ ਉਦਣ ਹੀ ਜਿੱਦਣ ਚੰਨੀ ਜੀ ਨੇ ਆਉਣਾ ਸੀ ਉਹ ਉੱਥੇ ਮੇਰੇ ਘਰੇ ਹੀ ਨਹੀਂ ਆਏ। ਕਹਿੰਦੇ ਪੁਲਿਸ ਨੇ ਰਿਪੋਰਟ ਕਰਤੀ ਵੀ ਉੱਥੇ ਇਕੱਠ ਬਹੁਤ ਹੋਇਆ ਪਿਆ ਤੇ ਉਹ ਤੇਰਾ ਵਿਰੋਧ ਨਾ ਕਰਨ। ਮੈਂ ਕਿਹਾ ਜੀ ਤੁਸੀਂ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਹੋ, ਮੇਰੇ ਵਰਕਰ ਮੇਰੇ ਸਾਥੀ ਮੇਰਾ ਪਰਿਵਾਰ ਆ ਔਰ ਅਸੀਂ ਬੜੇ ਡਿਸਿਪਲਿਨਡ ਆ, ਇੱਦਾਂ ਦੇ ਬਦਤਮੀਜ਼ ਨਹੀਂ ਹੈਗੇ। ਉਹਨਾਂ ਨੂੰ ਕਲਾਕਾਰ ਵੰਡਣੇ ਹੋਣ ਔਰ ਮੈਂ ਕਹੂੰਗਾ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੀ ਐਸੈਟਸ ਆਪਣੇ ਪੁਰਾਣੇ ਵਰਕਰ ਆਪਣੇ ਸਾਥੀਆਂ ਨੂੰ ਛੱਡ ਕੇ ਕਲਾਕਾਰਾਂ ਦੇ ਸਿਰ ਤੇ ਸਰਕਾਰ ਬਣਾ ਸਕਦੇ ਤਾਂ ਇੱਕ ਦੋ ਤਾਂ ਆਪ ਹੈਗੇ ਕਲਾਕਾਰ। ਉਹ ਬਾਕੀ ਪੰਜਾਬ ਦੇ ਵਿੱਚ ਬਹੁਤ ਵਧੀਆ ਵਧੀਆ ਕਲਾਕਾਰ ਬੈਠੇ ਆ, ਉਹਨਾਂ ਨੂੰ ਲੈ ਆਉਣ 117 ਤੇ ਉਹਨਾਂ ਨੂੰ ਲੜਾ ਲੈਣ, ਨਾਲੇ ਵਧੀਆ ਵਿਧਾਨ ਸਭਾ 'ਚ ਖਾੜਾ ਲੱਗਿਆ ਰਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇਸ ਵੇਲੇ ਦੀ ਵੱਡੀ ਅਪਡੇਟ ਨਾਲ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ, ਜਿੱਥੇ ਅਸੀਂ ਅੱਜ ਖੜੇ ਹਾਂ ਹਰਜੋਤ ਕਮਲ ਜੀ ਕੋਲ, ਜਿਹੜੇ ਕਿ ਮੋਗਾ ਤੋਂ ਹੈਗੇ ਆ ਔਰ ਲਗਾਤਾਰ ਇੱਕ ਲੰਬੀ ਲੜਾਈ ਲੜਨ ਤੋਂ ਬਾਅਦ ਖਾਸ ਕਰਕੇ ਜੇ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਕਾਂਗਰਸ ਦੀ ਜੜ੍ਹਾਂ ਲਗਵਾਉਣ ਵਾਲੇ ਜਿਹੜੇ ਡਾਕਟਰ ਹਰਜੋਤ ਕਮਲ ਪਰ ਅੱਜ ਖੁਦ ਕਾਂਗਰਸ ਨੂੰ ਅਲਵਿਦਾ ਕਹਿ ਕੇ ਜਿਹੜਾ ਹੈਗਾ ਬੀਜੇਪੀ 'ਚ ਸ਼ਾਮਲ ਹੋ ਗਏ। ਸੋ ਸਾਨੂੰ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਵੀ ਔਰ ਤੁਹਾਡੇ ਜਨ ਹਿਤੈਸ਼ੀ ਚੈਨਲ ਦਾ ਵੀ ਬੜਾ ਧੰਨਵਾਦੀ ਹਾਂ, ਤੁਸੀਂ ਸਮਾਂ ਕੱਢਿਆ ਔਰ ਮੈਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕੀਤਾ। ਸਰ ਮੈਂ ਇਹ ਪੁੱਛਣਾ ਚਾਹਾਂਗਾ ਹਰਜੋਤ ਜੀ, ਮੈਨੂੰ ਜਿੱਥੇ ਤੱਕ ਯਾਦ ਹੈ ਜਿੰਨੀ ਕਿ ਮੇਰੀ ਨੌਲੇਜ ਕਹਿੰਦੀ ਸਿਆਸੀ, ਤੁਸੀਂ ਉਹ ਹੈਗੇ ਹੋ ਜਿਹਨੂੰ ਮੋਗਾ ਦੇ ਵਿੱਚ ਕਾਂਗਰਸ ਦੀ ਜੜ੍ਹਾਂ ਲਵਾਈਆਂ। ਫਿਰ ਅੱਜ ਇਹੋ ਜਿਹੇ ਕਿਹੜੇ ਹਾਲਾਤ ਹੋ ਗਏ, ਕਿਹੜੇ ਉਹ ਸ਼ਖਸ ਹੈਗੇ ਹੈ ਜਿਨ੍ਹਾਂ ਦੇ ਆਉਣ ਕਰਕੇ ਜੜ੍ਹਾਂ ਹੀ ਹਿਲਾਈ ਜਾਂਦੇ ਆ ਪਾਰਟੀ ਦੀਆਂ? ਦੇਖੋ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰਦੀਆਂ ਹੁੰਦੀਆਂ, ਸੋ ਉਹੀ ਮੇਰੇ ਨਾਲ ਹੋ ਗਈ। ਸੋ ਮੈਨੂੰ ਇਸ ਗੱਲ ਦਾ ਮੈਂ ਮਾਣ ਨਾ ਕਹਿ ਸਕਦਾ ਕਿ ਇਸ ਕਰਕੇ ਨਹੀਂ ਮੇਰੀ ਕੋਈ ਜੜ ਹਿੱਲੀ ਕਿ ਮੈਂ ਕੋਈ ਮਾੜੇ ਪਾਰਟੀ ਦੀ ਕਿਹਾ ਮੈਂ ਡਾਕਟਰ ਹਰਜੋਤ ਕਮਲ ਦੀ ਤਾਂ ਮੈਂ ਕਿਹਾ ਹੀ ਨਹੀਂ। ਮੈਂ ਤਾਂ ਇਹ ਕਿਹਾ ਕਿ ਡਾਕਟਰ ਹਰਜੋਤ ਕਮਲ ਉਹ ਸੀਗੇ ਜਿਨ੍ਹਾਂ ਨੇ ਪਾਰਟੀ ਦੀ ਜੜ੍ਹਾਂ ਲਾਈਆਂ ਸੀ। ਇਸ ਤੋਂ ਪਹਿਲਾਂ ਮੈਨੂੰ ਲੱਗਦਾ ਪਾਰਟੀ ਉੱਥੋਂ ਕਾਂਗਰਸ ਟਾਵਾਂ ਜਿੱਤਦੀ ਸੀ। ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਔਰ ਮੈਂ ਇਸ ਗੱਲ ਲਈ ਤੁਹਾਡਾ ਸ਼ੁਕਰਗੁਜ਼ਾਰ ਵੀ ਹਾਂ, ਧੰਨਵਾਦ ਵੀ ਹੈ। ਤੁਸੀਂ ਮੇਰੇ ਪ੍ਰੇਜ਼ 'ਚ 4 ਸ਼ਬਦ ਬੋਲੇ ਔਰ ਤੁਸੀਂ ਇਹ ਗੱਲ ਜੇ ਕਹੀ ਕਿ ਮੇਰੇ ਕਰਕੇ ਪਾਰਟੀ ਦੀਆਂ ਜੜ੍ਹਾਂ ਲੱਗ ਗਈਆਂ ਸੀ ਉੱਥੇ, ਤਾਂ ਇਹ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਆ। ਤੁਸੀਂ ਮੇਰੇ ਵਾਸਤੇ ਇੱਦਾਂ ਦੇ ਸ਼ਬਦ ਬੋਲੇ। ਮੈਂ 2000 ਸਾਲ ਤੋਂ ਯੂਥ ਕਾਂਗਰਸ ਜੁਆਇਨ ਕੀਤੀ ਹੈ। 21-22 ਸਾਲ ਬਹੁਤ ਲੰਬਾ ਸਫ਼ਰ ਹੁੰਦਾ ਕਿਸੇ ਪਾਰਟੀ ਦੇ ਵਿੱਚ, ਮਿਹਨਤ ਕਰਨੀ, ਕੰਮ ਕਰਨਾ ਔਰ ਫਿਰ ਉਸ ਸੰਘਰਸ਼ ਨੂੰ ਉੱਥੇ ਤੱਕ ਲੈ ਜਾਣਾ ਜਿੱਥੋਂ ਪਾਰਟੀ ਜਿੱਤ ਕੇ। ਇੱਕ ਪਾਰਟੀ ਨੂੰ ਸਭ ਤੋਂ ਵੱਡੀ ਹੁੰਦੀ ਹੈ ਕਿ ਪਾਰਟੀ ਦੇ MLA ਜਿੱਤ ਕੇ ਜਾਣ ਤਾਂ ਹੀ ਜਾ ਕੇ ਸਰਕਾਰ ਬਣਦੀ ਹੈ। ਸੋ ਇੰਨੀ ਕੁ ਮਿਹਨਤ ਇੰਨਾ ਕੁ ਉਹ ਕੀਤਾ ਉੱਥੇ ਕੰਮ ਕਿ ਵਾਕਈ ਪਾਰਟੀ ਦੀਆਂ ਜੜ੍ਹਾਂ ਤਾਂ ਮਜ਼ਬੂਤ ਕੀਤੀਆਂ ਹੀ ਆ। ਪਰ ਉਹ ਜਿਹੜੀ ਗੱਲ ਤੇ ਤੁਸੀਂ ਕਿਹਾ ਸੀ ਉਹ ਤੁਸੀਂ ਨਹੀਂ ਕੁਛ ਵੀ ਕਿਹਾ, ਮੈਂ ਹੀ ਤੁਹਾਨੂੰ ਕਿਹਾ ਕਿ ਗਾਂ ਪਾਰਟੀ ਨੇ ਮੇਰੀਆਂ ਜੜ੍ਹਾਂ ਪੱਟ ਦਿੱਤੀਆਂ। ਉਹ ਵੀ ਰਾਜਨੀਤਿਕ ਪਾਰਟੀ ਆ, ਉਹਨੇ ਰਾਜਨੀਤੀ ਕਰ ਲਈ ਮੇਰੇ ਨਾਲ। ਮੈਂ ਇਹੀ ਤਾਂ ਪੁੱਛਣਾ ਚਾਹੁੰਦਾ, ਉਹ ਕੌਣ ਸ਼ਖਸ ਹੈ ਜਿਹਦੇ ਆਉਣ ਤੋਂ ਬਾਅਦ ਪਾਰਟੀ 'ਚ ਇੰਨੀ ਰਾਜਨੀਤੀ ਹੋ ਗਈ ਕਿ ਜਿਹੜਾ ਲਗਾਉਣ ਵਾਲੇ ਉਹ ਕਹਿੰਦੇ ਮਾਲੀਆਂ ਨੂੰ ਹੀ ਵੱਢਣਾ ਸ਼ੁਰੂ ਕਰਤਾ? ਪਾਰਟੀ ਨੂੰ ਕਿਤੇ ਨਾ ਕਿਤੇ ਇਹ ਲੱਗਿਆ ਕਿ ਸੋਨੂ ਸੂਦ ਜੀ ਉਹਨਾਂ ਦੀ ਜਿਹੜੀ ਹੈਗੀ ਆ ਸਟਾਰਡਮ ਉਹਨੂੰ ਵਰਤ ਲਿਆ ਜਾਵੇ। ਉਹਨਾਂ ਨੇ ਸੋਨੂ ਜੀ ਨੇ ਸਾਰੀਆਂ ਪਾਰਟੀਆਂ 'ਚ ਵੈਸੇ ਤਾਂ ਗੇੜੇ ਮਾਰ ਆਉਂਦੇ ਸੀਗੇ ਪਰ ਅਖੀਰ ਕਾਂਗਰਸ ਵਾਲੇ ਠੱਗੇ ਗਏ। ਸੋਨੂ ਸੂਦ ਜੀ ਦਾ ਨਾਂ ਲੈ ਕੇ
ਤੇ ਟਿਕਟ ਉਹਨਾਂ ਨੇ ਆਪਦੀ ਭੈਣ ਨੂੰ ਦਵਾ ਦਿੱਤੀ। ਔਰ ਮਾੜੀ ਗੱਲ ਇਹ ਹੋਈ ਹੈ ਕਿ ਇਹ ਉਹਨਾਂ ਤੋਂ ਕੁੱਲ ਹਿੰਦੁਸਤਾਨ 'ਚ ਜਾਂ ਯੂਪੀ ਜਾਂ ਆਪਣੇ ਪੰਜਾਬ 'ਚ ਪ੍ਰਚਾਰ ਕਰਾਉਣ ਨੂੰ ਫਿਰਦੇ ਸੀ। ਉਹਨਾਂ ਨੇ ਪਰਸੋਂ ਇੱਕ ਅਖਬਾਰ ਨੂੰ ਬਿਆਨ ਦੇ ਦਿੱਤਾ, ਔਰ ਜਿਸ ਦਿਨ ਇਹਨਾਂ ਨੇ ਉਹਨਾਂ ਦੀ ਭੈਣ ਨੂੰ ਮਾਲਵਿਕਾ ਜੀ ਨੂੰ ਜੁਆਇਨ ਕਰਾਇਆ, ਉਦੋਂ ਵੀ ਉਹਨਾਂ ਨੇ ਸੋਨੂ ਜੀ ਨੇ ਕੈਮਰੇ 'ਤੇ ਬਾਅਦ ਵਿੱਚ ਹਾਜ਼ਰ ਹੋ ਕੇ ਕਿਹਾ ਵੀ ਮੈਂ ਤਾਂ ਪਾਰਟੀ ਜੁਆਇਨ ਨਹੀਂ ਕੀਤੀ, ਇਹ ਮਾਲਵਿਕਾ ਦਾ ਫੈਸਲਾ ਮੇਰੀ ਭੈਣ ਨੇ ਜੁਆਇਨ ਕੀਤੀ। ਸੋ ਪਰਸੋਂ ਦੀ ਇੰਗਲਿਸ਼ ਅਖਬਾਰ ਦੇ ਵਿੱਚ ਵੀ ਇੱਕ 'ਚ ਉਹਨਾਂ ਨੇ ਇੰਟਰਵਿਊ 'ਚ ਇਹੀ ਗੱਲ ਕਹੀ ਕਿ ਮੇਰੀ ਭੈਣ ਦਾ ਫੈਸਲਾ, ਉਹਨੇ ਪਾਰਟੀ ਜੁਆਇਨ ਕੀਤੀ ਹੈ, ਮੈਂ ਜੁਆਇਨ ਨਹੀਂ ਕੀਤੀ ਪਾਰਟੀ, ਇਸ ਕਰਕੇ ਕਾਂਗਰਸ ਦਾ ਤਾਂ ਕੀ, ਮੈਂ ਤਾਂ ਆਪਣੀ ਭੈਣ ਦਾ ਵੀ ਪ੍ਰਚਾਰ ਨਹੀਂ ਕਰਨਾ। ਸੋ ਕਿਤੇ ਨਾ ਕਿਤੇ ਪਾਰਟੀ ਵੀ ਠੱਗਿਆ ਮਹਿਸੂਸ ਕਰੂਗੀ ਕਿ ਇੱਕ ਮੈਂ ਕੋਈ ਬਹੁਤ ਚੰਗਾ ਤਾਂ ਨਹੀਂ ਹੈਗਾ, ਪਰ ਮੈਂ ਕਾਂਗਰਸ ਦਾ ਬੜੀ ਲੰਬੇ ਸਮੇਂ ਤੱਕ ਵਫਾਦਾਰ ਰਿਹਾ। ਸੋ ਇਹ ਜਿਹੇ ਵਰਕਰ ਜਿਹੜੇ ਡਾਊਨ ਟੂ ਅਰਥ ਹੋਣ, MLA ਬਣ ਕੇ ਵੀ ਮੇਰੇ ਮੋਗੇ ਦੇ ਲੋਕ ਜਾਣਦੇ, ਮੈਂ ਬਾਜ਼ਾਰ 'ਚੋਂ ਕਦੀ ਕਾਰ ਦਾ ਸ਼ੀਸ਼ਾ ਚੜ੍ਹਾ ਕੇ ਨਹੀਂ ਲੰਘਿਆ, ਜੇ ਮੈਂ ਤੁਰਿਆ ਜਾਂਦਾ ਹੋਵਾਂ ਤਾਂ ਰੇਹੜੀ ਰਿਕਸ਼ੇ ਵਾਲੇ ਨੂੰ ਵੀ ਜੱਫੀ ਪਾ ਕੇ ਹੱਥ ਮਿਲਾ ਕੇ ਲੰਘਦਾ। ਸੋ ਪਾਰਟੀ ਲਈ ਇਹ ਜੀ ਐਸਟ ਨੂੰ ਇੱਕ ਉਹੋ ਜਿਹੇ ਕਲਾਕਾਰ ਪਿੱਛੇ ਖੋ ਦੇਣਾ ਜਿਹਨੇ ਬੰਬੇ ਤੋਂ ਸਾਲ 'ਚ 2 ਵਾਰੀ ਆਇਆ ਕਰਨਾ। ਅੱਜ ਹਰਜੋਤ ਕਮਲ ਦਾ ਨੰਬਰ ਤਾਂ ਮੇਰੇ ਹਲਕੇ ਦੇ ਘੱਟੋ ਘੱਟ 70-80% ਬੰਦਿਆਂ ਦੇ ਕੋਲ ਹੋਣਾ। ਸੋਨੂ ਸੂਦ ਜੀ ਦਾ ਜਾਂ ਮਾਲਵਿਕਾ ਜੀ ਦਾ ਨੰਬਰ ਮੇਰਾ ਖਿਆਲ ਵੀ 5-7 ਬੰਦਿਆਂ ਕੋਲੇ ਵੀ ਨਹੀਂ ਹੋਣਾ ਮੌਕੇ 'ਚ। ਮੈਂ ਇਹ ਪੁੱਛਣਾ ਚਾਹਾਂਗਾ ਹਰਜੋਤ ਜੀ, ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਪਾਰਟੀ ਨੂੰ ਐਂ ਲੱਗਿਆ ਕਿ ਸੋਨੂ ਸੂਦ ਦਾ ਸਟਾਰਡਮ ਜਾਂ ਗਲੈਮਰ ਯੂਜ਼ ਕਰਕੇ ਅਸੀਂ ਸ਼ਾਇਦ ਪਾਰਟੀ ਜਿਤਾ ਲਾਂਗੇ, ਤੇ ਫਿਰ ਤਾਂ ਇਹਨਾਂ ਨੂੰ ਚਾਹੀਦਾ ਸੀ ਕਿ ਇਹ ਉਸ ਸੀਟ ਤੇ ਯੂਜ਼ ਕਰਦੇ ਜਿਹੜੀ ਹਾਰੀ ਹੋਈ ਸੀ, ਜਾਂ ਜਿੱਥੇ ਕੋਈ ਡਾਊਟ ਹੁੰਦਾ। ਹਰਜੋਤ ਕਮਲ ਓਲੀ ਤਾਂ ਪਹਿਲਾਂ ਹੀ ਝੋਲੀ 'ਚ ਸੀਟ ਲਈ ਬੈਠੇ ਸੀ, ਉਲਟਾ ਹੁਣ ਮੈਨੂੰ ਐਂ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਪੇਚੇ ਫਸ ਜਾਣ, ਜਿੱਤੀ ਹੋਈ ਵੀ ਹਾਰ ਕੇ ਆ ਜਾਣ। ਉਹ ਕਹਿੰਦੇ ਗਏ ਸੀ ਕੁਛ ਲੈਣ ਤੇ ਆਪਣੀ ਵੀ ਦੇ ਆਏ। ਇਹ ਤਾਂ ਸੋਨੂ ਜੀ ਜਾਣਨ ਜਾਂ ਪਰਮਾਤਮਾ ਜਾਣੇ। ਮੈਂ ਤਾਂ ਜਾਣਦਾ ਨਾ ਜੀ ਹਰਜੋਤ ਕਮਲ ਦੀਆਂ ਜੜ੍ਹਾਂ ਕਿੱਥੇ ਤੱਕ ਫੈਲੀਆਂ ਹੋਈਆਂ। ਅਸੀਂ ਜਿੰਨਾ ਕਿ ਮੈਨੂੰ ਪਤਾ ਕਿ ਜਿੱਦਾਂ ਤੁਸੀਂ ਪਾਰਟੀ ਜੁਆਇਨ ਕੀਤੀ ਜਾਂ ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਸੀਂ CM ਸਾਹਿਬ ਕੋਲ ਵੀ ਗਏ ਸੀ, ਤੇ ਤੁਹਾਡੇ ਨਾਲ ਕਿੰਨੀ ਹੜ ਚੱਲ ਕੇ ਨਾਲ ਚੱਲ ਗਈ ਸੀ। ਜਿਹੜੇ ਤੁਹਾਡੇ ਸੱਜੇ ਖੱਬੇ ਭਰਾ ਸੀਗੇ, ਜਿਹੜੇ ਤੁਹਾਡੇ ਉਹ ਤੁਹਾਡੀਆਂ ਬਾਹਾਂ ਸੀਗੇ, ਜਿਹੜੇ CM ਤੱਕ ਜਾ ਕੇ ਤੁਹਾਡੇ ਲਈ ਟਿਕਟ ਮੰਗ ਸਕਦੇ ਹੈ। ਸਾਨੂੰ ਇਹ ਲੱਗਦਾ ਕਿ ਕੱਲ੍ਹ ਜਦੋਂ ਤੁਸੀਂ ਆਪਣੇ ਸ਼ਹਿਰ ਪਹੁੰਚੋਗੇ ਤੇ ਉੱਥੇ ਤਾਂ ਭੁਚਾਲ ਆਇਆ ਹੋਊਗਾ ਕਿ ਮੈਂ ਰਿਜ਼ਾਈਨ ਦੇਣਾ। ਸ਼ਾਇਦ ਹੁਣ ਤੱਕ ਤੁਹਾਡੇ ਤੱਕ ਤਾਂ ਮੈਸੇਜ ਪਹੁੰਚ ਗਏ ਹੋਣ, ਸਾਡੇ ਮੀਡੀਆ ਤੱਕ ਘੱਟ ਪਹੁੰਚੇ ਹੋਣੇ। ਮੇਰੇ ਸਰਪੰਚਜ਼, ਮੇਰੇ ਕਾਰਪੋਰੇਸ਼ਨ ਦੇ ਨੁਮਾਇੰਦੇ, ਉਹਨਾਂ ਨੇ ਤਾਂ ਉਦਣ ਹੀ ਜਿੱਦਣ ਚੰਨੀ ਜੀ ਨੇ ਆਉਣਾ ਸੀ, ਉਹ ਉੱਥੇ ਮੇਰੇ ਘਰੇ ਹੀ ਨਹੀਂ ਆਏ। ਕਹਿੰਦੇ ਪੁਲਿਸ ਨੇ ਰਿਪੋਰਟ ਕਰਤੀ ਵੀ ਉੱਥੇ ਇਕੱਠ ਬਹੁਤ ਹੋਇਆ ਪਿਆ ਤੇ ਉਹ ਤੇਰਾ ਵਿਰੋਧ ਨਾ ਕਰਨ। ਮੈਂ ਕਿਹਾ ਜੀ ਤੁਸੀਂ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਹੋ, ਮੇਰੇ ਵਰਕਰ, ਮੇਰੇ ਸਾਥੀ, ਮੇਰਾ ਪਰਿਵਾਰ ਆ, ਔਰ ਅਸੀਂ ਬੜੇ ਡਿਸਿਪਲਿਨਡ ਆ, ਇੱਦਾਂ ਦੇ ਬਦਤਮੀਜ਼ ਨਹੀਂ ਹੈਗੇ। ਤੇ ਉਦਣ ਹੀ ਉਹ ਸਾਰੇ ਅਸਤੀਫੇ ਚੱਕੀ ਫਿਰਦੇ ਸੀ ਵੀ ਅਸੀਂ ਪਾਰਟੀ ਤੋਂ ਅਸਤੀਫਾ ਦਿੰਦੇ ਹਾਂ। ਸੋ ਚਲੋ ਇਹ ਮੈਂ ਕੋਈ ਚੀਜ਼ ਸਮਝਦਾ ਕਿ ਮੇਰੇ ਵਾਸਤੇ MLA ਬਣਨਾ ਵੱਡੀ ਗੱਲ ਨਹੀਂ, ਮੇਰੇ ਵਰਗੇ ਬੰਦੇ ਵਾਸਤੇ MLA ਬਹੁਤ ਛੋਟੀ ਚੀਜ਼ ਹੈ। ਲੋਕਾਂ ਦਾ ਨੇਤਾ ਬਣਨਾ, ਲੋਕਾਂ ਦਾ ਲੀਡਰ ਬਣਨਾ ਸਭ ਤੋਂ ਵੱਡੀ ਗੱਲ ਹੈ। ਮੈਂ ਹਰਜੋਤ ਜੀ ਇੱਥੇ ਪੁੱਛਣਾ ਚਾਹਾਂਗਾ, ਤੁਹਾਨੂੰ ਲੱਗਦਾ ਕਿ ਤੁਹਾਡੇ ਵਰਗੇ ਨਾਇਆਬ ਹੀਰੇ ਗਵਾਉਣ ਤੋਂ ਬਾਅਦ ਕਾਂਗਰਸ ਇੱਕ ਪਾਸੇ ਕਹੀ ਫਿਰਦੀ ਹੈ ਅਸੀਂ ਸੱਤਾ 'ਚ ਦੁਬਾਰਾ ਕਾਬਜ਼ ਹੋ ਜਾਵਾਂਗੇ, ਇਹੋ ਜਿਹੇ ਜਿਹੜੇ ਪੁਸ਼ਤੈਨੀ ਜਿਨ੍ਹਾਂ ਨੇ ਜੜ੍ਹਾਂ ਲਾਈ ਹੋਣ, ਜੜ੍ਹਾਂ ਲਗਾਉਣ ਵਾਲੇ ਨੂੰ ਮਾਲੀ ਕਹਿੰਦੇ ਆ, ਰਾਖਾ ਕਹਿੰਦੇ ਆ, ਉਹ ਆਪਣੀ ਪਾਰਟੀ ਦੇ ਰਾਖੇ ਗਵਾ ਕੇ ਤੇ ਉਹ ਦੁਬਾਰਾ ਸਰਕਾਰ ਬਣਾ ਲੈਣਗੇ? ਮੈਂ ਤਾਂ ਪਹਿਲਾਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਬਾਰੇ ਇੰਨੇ ਚੰਗੇ ਸ਼ਬਦ ਤੇ ਇੰਨੇ ਚੰਗੇ ਵਿਚਾਰ ਰੱਖਦੇ ਹੋ। ਐਡੀ ਕੋਈ ਗੱਲ ਨਹੀਂ ਜੀ। ਹਰਜੋਤ ਕਮਲ ਵਰਗੇ ਕਾਂਗਰਸ ਪਾਰਟੀ 'ਚ ਕਈ ਆਏ ਤੇ ਕਈ ਗਏ, ਪਾਰਟੀਆਂ ਤਾਂ ਹੀ 70 ਸਾਲਾਂ 'ਚ ਕਿੱਥੋਂ ਦੇ ਕਿੱਥੇ ਪਹੁੰਚ ਗਈ। ਇਹ ਤਾਂ ਹੁਣ ਉਹਨਾਂ ਨੂੰ ਸੋਚਣਾ ਪੈਣਾ ਜੀ। ਦੇਖੋ, ਕਿਸੇ ਵੀ ਪਾਰਟੀ ਦੇ ਵਿੱਚ ਮੈਂ ਪਹਿਲਾਂ ਵੀ ਇੱਕ ਚੈਨਲ 'ਤੇ ਗੱਲ ਕਰਦਾ ਸੀਗਾ ਕਿ ਕਿਸੇ ਵੀ ਪਾਰਟੀ ਦੀ ਸੱਤਾ ਦੇ ਵਿੱਚ ਆਉਣ ਵਾਸਤੇ 2 ਹੀ ਚੀਜ਼ਾਂ ਜ਼ਰੂਰੀ ਹੁੰਦੀਆਂ ਕਿ ਉਹਦੇ ਲੀਡਰਸ ਚੰਗੇ ਹੋਣ ਤੇ ਉਹਦਾ ਸੰਗਠਨ ਮਜ਼ਬੂਤ ਹੋਵੇ। ਅੱਜ ਇਹ ਦੋਨੇ ਚੀਜ਼ਾਂ ਤੋਂ ਸੱਖਣੇ ਹੋ ਗਏ ਅਸੀਂ, ਨਾ ਤਾਂ ਅਸੀਂ ਸੰਗਠਨ ਮਜ਼ਬੂਤ ਕਰ ਸਕੇ, ਉੱਤੋਂ ਵੀ ਜਿਹੜਾ ਸਾਡਾ ਪਹਿਲੀ ਕਾਂਗਰਸ ਦਾ ਜਿਹੜਾ ਹੁੰਦਾ ਸੀਗਾ ਸੇਵਾ ਦਲ ਵਗੈਰਾ, ਉਹ ਸੰਗਠਨ, ਉਹ ਸਾਰਾ ਢਾਂਚਾ ਹੀ ਖਤਮ ਕਰ ਲਿਆ। ਉਲਟਾ ਮੈਨੂੰ ਲੱਗਦਾ BJP ਸਿੱਖ ਗਈ ਉਹਦੇ ਤੋਂ। ਉਲਟਾ ਅਸੀਂ ਯੂਥ ਕਾਂਗਰਸ ਦੀਆਂ ਚੋਣਾਂ ਕਰਵਾ ਕੇ ਉਹ ਉੱਥੇ ਉਸ ਲੈਵਲ 'ਤੇ ਲੜਾਈ ਪਵਾ ਲਈ।
ਉਹ ਬੱਚਿਆਂ ਨੇ, ਉਹ ਯੂਥ ਨੇ ਨਾਲ ਜੁੜਨਾ ਸੀਗਾ ਅਤੇ ਇੱਕ ਕਵਾਇਤ ਹੋਰ ਪਾ ਲਈ। ਅਸੀਂ 20-20 ਸਾਲ ਪਾਰਟੀ ਦੀ ਸੇਵਾ ਕਰਕੇ ਫਿਰ ਟਿਕਟ ਮੰਗਦੇ ਸੀ ਔਰ ਇੰਨੇ ਕੁ ਮੈਚਿਓਰ ਹੋ ਜਾਂਦੇ ਸੀ ਉਦੋਂ ਤੱਕ। ਹੁਣ ਇਹਨਾਂ ਨੇ NSUI ਯੂਥ ਕਾਂਗਰਸ ਤੋਂ ਟਿਕਟਾਂ ਦੀ ਗੱਲ, ਮੈਂ ਇਹ ਨਹੀਂ ਕਹਿਣਾ ਕਿ ਯੂਥ ਨੂੰ ਮੌਕਾ ਨਹੀਂ ਦੇਣਾ ਚਾਹੀਦਾ, ਬਟ ਇੱਕ ਜਿਹਨੇ ਆਪਣੇ 2 ਲੱਖ ਲੋਕਾਂ ਦੀ ਨੁਮਾਇੰਦਗੀ ਕਰਨੀ ਹੈ, ਜਿਹਨੇ ਮੁੜ ਕੇ ਜਿੱਤ ਕੇ ਪੰਜਾਬ ਦੇ ਕਰੋੜਾਂ ਲੋਕਾਂ ਦੀ ਨੁਮਾਇੰਦਗੀ ਕਰਨੀ ਹੈ, ਅਕਲ ਬਦਾਮ ਖਾ ਕੇ ਨਹੀਂ ਧੱਕੇ ਖਾ ਕੇ ਆਉਂਦੀ ਹੈ। ਮੈਚੋਰਿਟੀ ਹੋਣੀ ਬਹੁਤ ਜ਼ਰੂਰੀ ਹੈ। ਸੋ ਅੱਜ ਜਿਹੜੇ ਫੈਸਲੇ ਇਹਨਾਂ ਨੇ ਕੀਤੇ ਆ ਉਹ ਚੰਗੇ ਨਹੀਂ ਹੈਗੇ ਕਰਕੇ ਹੀ ਅਸੀਂ ਦੇਖੋ 5 ਸਾਲ ਤੋਂ ਮੈਂ ਦੇਖਦਾ, ਜਦੋਂ ਦੀ 17 'ਚ ਸਰਕਾਰ ਬਣੀ ਹੈ ਉਸ ਤੋਂ ਬਾਅਦ ਨਾ ਜਾਖੜ ਸਾਹਿਬ ਤੋਂ ਅਤੇ ਨਾ ਹੁਣ ਸਿੱਧੂ ਸਾਹਿਬ ਤੋਂ ਕਾਂਗਰਸ ਦਾ ਢਾਂਚਾ ਹੀ ਨਹੀਂ ਬਣਿਆ। ਜ਼ਿਲ੍ਹਾ ਪ੍ਰਧਾਨ ਹੀ ਜਾਖੜ ਸਾਹਿਬ ਨੇ ਲਾ ਲਏ ਸੀ, ਜ਼ਿਲ੍ਹਾ ਪ੍ਰਧਾਨ ਸਿੱਧੂ ਸਾਹਿਬ ਨੇ ਲਾ ਲਏ। ਉਦੋਂ ਥੱਲੇ ਅਸੀਂ ਕੋਈ ਤਨਖਾਹਾਂ ਦੇਣੀਆਂ ਜਦੋਂ ਤਾਈਂ ਤੁਸੀਂ ਸੰਗਠਨ ਨਹੀਂ ਬਣਾਉਂਦੇ। ਸਾਡੇ ਬੱਚੇ, ਸਾਡੇ ਜਿਹੜੇ ਵਰਕਰ, ਸਾਡੇ ਜਿਹੜੇ ਉਹ ਰੁਲਦੇ ਫਿਰਦੇ ਆ। ਹਰੇਕ ਬੰਦਾ ਚਾਹੁੰਦਾ ਕਿ ਮੈਂ ਕਿਸੇ ਪਾਰਟੀ ਲਈ ਜੇ ਕੰਮ ਕਰਦਾ ਤਾਂ ਮੇਰੀ ਕੋਈ ਪਛਾਣ ਬਣੇ, ਔਰ ਮੇਰੇ ਨਾਲ ਲੋਕ ਇਸ ਕਰਕੇ ਜੁੜੇ ਹੋਏ ਆ। ਮੈਂ ਟੀਮ ਹਰਜੋਤ ਅਤੇ ਬ੍ਰੈਕਟ ਵਿੱਚ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਪਾ ਕੇ ਆਪਦੇ ਕੋਲੋਂ ਅਹੁਦੇ ਦੇ ਕੇ ਨਾਲ ਲਾਏ ਆ। ਜਦੋਂ ਤੱਕ ਤੁਸੀਂ ਕਿਸੇ ਆਪਣੇ ਵਰਕਰ ਨੂੰ ਰਿਕੋਗਨਾਈਜੇਸ਼ਨ ਨਹੀਂ ਦਿੰਦੇ, ਮਾਣ ਸਨਮਾਨ ਨਹੀਂ ਦਿੰਦੇ, ਉਹ ਕੰਮ ਕਾਹਦੇ ਲਈ ਕਰੂ? ਉਹਦੇ ਘਰ ਦੇ ਵੀ ਪੁੱਛਦੇ ਆ ਵੀ ਤੂੰ ਰੋਜ਼ ਭੱਜਿਆ ਫਿਰਦਾ, ਤੈਨੂੰ ਕੀ ਦਿੱਤਾ? ਉਹਦੇ ਕੋਲੇ ਕੋਈ ਅਹੁਦਾ ਤਾਂ ਹੋਵੇ। ਅਸੀਂ ਮੈਂ ਗੁਰਬਾਣੀ ਦੀ ਇੱਕ ਲਾਈਨ ਕਹਿੰਦਾ ਹੁੰਦਾ ਕਿ ਉਹਦੇ 'ਚ ਲਿਖਿਆ, ਸੈਲ ਪੱਥਰ ਮੇ ਜੰਤੋ ਪਾਏ ਤਾਂ ਘਰ ਰਿਜ਼ਕ ਆਗੇ ਕਰ ਧਰਿਆ। ਸਿਲਾਂ ਦੇ ਵਿੱਚ, ਪੱਥਰਾਂ ਦੇ ਵਿੱਚ, ਉਹ ਘੋਗਿਆਂ ਦੇ ਵਿੱਚ, ਸਿੱਪੀਆਂ ਦੇ ਵਿੱਚ ਵੀ ਜਿਹੜੇ ਜੀਵ ਉਹਨੇ ਪੈਦਾ ਕੀਤੇ ਆ, ਉਹਨੂੰ ਪਰਮਾਤਮਾ ਰਿਜ਼ਕ ਅਤੇ ਰੋਟੀ ਦਿੰਦਾ। ਜੇ ਅਸੀਂ ਭੱਜੇ ਫਿਰਦੇ ਹਾਂ ਤਾਂ ਇੱਕੋ ਹੀ ਚੀਜ਼ ਵਾਸਤੇ, ਮਾਣ ਸਨਮਾਨ ਵਾਸਤੇ। ਰੋਟੀ ਤਾਂ ਮਿਲ ਹੀ ਜਾਣੀ ਹੈ। ਅਸੀਂ ਸਾਰੇ ਅਹੁਦਿਆਂ ਨੂੰ, ਕੰਮਾਂ ਨੂੰ, ਜਿਹੜੇ ਵੱਡਿਆਂ ਨੂੰ ਅਸੀਂ ਮਾਣ ਸਨਮਾਨ ਦੀ ਜ਼ਿੰਦਗੀ ਜਿਉਣੀ ਚਾਹੁੰਦੇ ਹਾਂ ਤਾਂ ਅਸੀਂ ਇਵੇਂ ਦੀ ਵਿਚਰਦੇ ਹਾਂ। ਸੋ ਜੇ ਕਿਸੇ ਪਾਰਟੀ ਨੇ ਆਪਣੇ ਵਰਕਰ ਨੂੰ ਮਾਣ ਸਨਮਾਨ ਹੀ ਨਹੀਂ ਦੇਣਾ ਤਾਂ ਫਿਰ ਉਹ ਕਾਹਦੇ ਵਾਸਤੇ ਉਹ ਭੱਜਿਆ ਫਿਰੂਗਾ? ਉਹ ਇਸੇ ਕਰਕੇ ਸੰਗਠਨਾਤਮਕ ਜਿਹੜਾ ਢਾਂਚਾ ਸੀਗਾ ਸੰਗਠਨਾਤਮਕ, ਉਹ ਵੀਕ ਹੋ ਗਿਆ, ਤਾਂ ਹੀ ਜਾ ਕੇ ਅਸੀਂ ਇੱਥੇ ਤਾਈਂ ਪਹੁੰਚ ਗਏ। ਉੱਤੋਂ ਹੁਣ ਹੋਰ ਕਿਰਪਾ ਹੋ ਗਈ ਉਹਨਾਂ ਦੇ ਉੱਤੇ। ਸਿਆਣੇ ਸਾਰੇ ਹੀ ਮੇਰੇ ਤੋਂ ਤਾਂ ਸੀਨੀਅਰ ਆ, ਵੱਡੇ ਆ, ਮੈਂ ਕਹਿੰਦਾ ਚੰਗਾ ਨਹੀਂ ਲੱਗਦਾ, ਪਰ ਅਸੀਂ 17 ਦੇ ਵਿੱਚ ਸਰਕਾਰ ਇਸ ਕਰਕੇ ਕਾਂਗਰਸ ਦੀ ਬਣਾ ਗਏ ਸੀ ਉਦੋਂ ਕਿ ਅਸੀਂ ਇੱਕ ਦੂਜੇ ਨੂੰ ਜਿਤਾਉਣ ਨੂੰ ਲੱਗ ਪਏ ਤੇ ਇਸ ਵਾਰੀ। ਔਰ ਇੱਕ ਉਸ ਵੇਲੇ ਚਿਹਰਾ ਕੈਪਟਨ ਅਮਰਿੰਦਰ ਸਿੰਘ, ਭਾਵੇਂ 17 ਦੀ ਜਿਹੜੀ ਉਹ ਤੋਂ ਲੈ ਕੇ ਆ ਜਿਹੜੀ 22 ਤੱਕ ਪਾਰੀ ਸੀ, ਉਹਦੇ ਵਿੱਚ ਕੈਪਟਨ ਸਾਹਿਬ ਦੀ ਨਾਕਾਮਯਾਬੀ ਦਾ ਕਾਰਨ ਰਿਹਾ ਕਿ ਉਹ ਲੋਕਾਂ ਨੂੰ ਮਿਲੇ ਨਹੀਂ। ਸ਼ਾਇਦ ਅਫਸਰਸ਼ਾਹੀ ਨੇ ਉਹਨਾਂ ਨੂੰ ਕਹਿ ਤਾ ਹੋਣਾ ਵੀ ਬਥੇਰੇ ਆ, 77 ਜਿੱਤਿਆ, ਕੀ ਕਰਾਉਣਾ, ਕਿੰਨੇ ਕੁ ਚੱਲੇ ਆ। ਇਸ ਕਰਕੇ ਸ਼ਾਇਦ ਉਹ ਇਸ ਗੁਮਾਨ 'ਚ ਹੀ ਰਹਿ ਗਏ ਵੀ ਕਿੰਨੇ ਕੁ ਚੱਲੇ ਆ, ਬਹੁਤ ਆ, 77 ਹੈਗੇ। ਸੋ ਉਸ ਕਰਕੇ ਉਹ ਅਫਸਰਸ਼ਾਹੀ ਇੰਨੀ ਹਾਵੀ ਹੋ ਗਈ। ਉਹ ਗੱਲ ਇੱਕ ਵੱਖਰੀ ਆ, ਅਲੱਗਾ ਆ। ਪਰ 17 ਦੇ ਵਿੱਚ ਚੋਣ ਅਸੀਂ ਇਸ ਕਰਕੇ ਜਿੱਤ ਗਏ ਸੀ, ਇੱਕ ਤਾਂ ਸਾਡੇ ਕੋਲ ਮੁੱਖ ਮੰਤਰੀ ਦਾ ਚਿਹਰਾ ਤਕੜਾ ਸੀ ਅਤੇ ਇੱਕ ਚਿਹਰਾ ਸੀ। ਦੂਜਾ ਇਹ ਹੈ ਕਿ ਉਸ ਵੇਲੇ 17 'ਚ ਸਾਰਿਆਂ ਨੇ ਇੱਕ ਦੂਜੇ ਨੂੰ ਜਿਤਾਉਣ ਲਈ ਜ਼ੋਰ ਲਾਇਆ, ਕਿਉਂਕਿ 10 ਸਾਲ ਮੰਨਦੇ ਹੋ ਕਿ ਹੁਣ ਸਾਰੇ ਹਰਾਨ ਲਈ ਜ਼ੋਰ ਲਾ ਰਹੇ ਹੋ। 10 ਸਾਲ ਸਾਡੇ ਓਪੋਜ਼ਿਟ ਸਰਕਾਰ ਰਹੀ ਸੀ, ਸਾਨੂੰ ਐਂ ਸੀਗਾ ਵੀ ਸਰਕਾਰ ਬਣਾ ਲਈਏ ਜਿੱਤ ਕੇ। 12 'ਚ ਅਸੀਂ ਇੱਦਾਂ ਹੀ ਇੱਕ ਦੂਜੇ ਨੂੰ ਹਰਾਉਣ 'ਚ ਲੱਗੇ ਸੀ ਤਾਂ ਸਰਕਾਰ ਬਣਦੀ ਰਹਿ ਗਈ। ਅੱਜ 22 ਦੇ ਵਿੱਚ 12 ਵਾਲਾ ਕੰਮ ਰਿਪੀਟ ਹੋ ਰਿਹਾ। ਅੱਜ ਹੁਣ ਇਕੱਲਾ ਇਹ ਗੱਲ ਤਾਂ ਅਜੇ ਪਤਾ ਲੱਗਣੀ ਆ ਵੀ ਇਸ ਗੱਲ 'ਤੇ ਆਉਂਦੇ ਆ ਵੀ ਇੱਕ ਦੂਜੇ ਨੂੰ ਹਰਾਉਣਾ ਕਿ ਜਿਤਾਉਣਾ। ਉਸ ਤੋਂ ਵੀ ਵੱਡੀ ਪਹਿਲਾਂ ਗੱਲ ਇਹ ਹੋ ਗਈ ਆ ਕਿ ਮੁੱਖ ਮੰਤਰੀ ਦੇ ਚਿਹਰੇ 3 ਹੋ ਗਏ ਜੀ। ਸੂਰਜੇਵਾਲਾ ਸਾਹਿਬ ਨੇ ਚੈਨਲ ਦੇ ਉੱਤੇ ਆ ਕੇ, ਹੀ ਇਜ਼ ਵੈਰੀ ਗੁੱਡ ਸਪੋਕਸ ਪਰਸਨ ਅਦਰਵਾਈਜ਼, ਅਤੇ ਉਹ ਐਜ਼ ਅ ਸਪੋਕਸ ਪਰਸਨ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਜੀ ਸਾਡੇ ਪੰਜਾਬ ਤੋਂ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਚੰਨੀ ਜੀ ਹੋਣਗੇ, ਸਾਡਾ ਮੁੱਖ ਮੰਤਰੀ ਦਾ ਚਿਹਰਾ ਸਿੱਧੂ ਸਾਹਿਬ ਹੋਣਗੇ, ਸਾਡਾ ਮੁੱਖ ਮੰਤਰੀ ਦਾ ਚਿਹਰਾ ਜਾਖੜ ਸਾਹਿਬ ਹੋਣਗੇ। ਸੋ 3 ਮੁੱਖ ਮੰਤਰੀ ਦੇ ਚਿਹਰਿਆਂ ਨਾਲ ਲੋਕਾਂ ਨੂੰ ਸਟੇਬਿਲਿਟੀ ਨਹੀਂ ਦਿਸਣੀ। ਪਰ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ, ਜਿਵੇਂ ਇੱਦਾਂ ਤਾਂ ਨਹੀਂ ਇਸ ਵਾਰੀ 3 ਡਿਪਟੀ CM ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਵਾਕਈ ਕਾਂਗਰਸ 'ਚ ਇਹ ਵੀ ਪ੍ਰਚਲਨ ਹੋ ਜਾਵੇ ਕਿ ਚੱਲ ਯਾਰ 3 CM ਵੀ ਬਣਾ ਦਿੰਦੇ ਆ, ਕੀ ਪਤਾ
ਇੱਕ ਟਾਈਮ ਤੇ 3 ਸੀਐਮ ਹੋ ਜਾਣ। ਦੇਖੋ ਅੱਜ ਕੱਲ ਮੈਨੂੰ ਇਹ ਲੱਗ ਰਿਹਾ ਕਿ ਕਲਚਰ ਨਵਾਂ ਹੀ ਚੱਲ ਗਿਆ। ਤੁਸੀਂ ਨਹੀਂ ਸੋਚਦੇ ਕਿ ਜਿਹੜਾ ਇਸ ਵਾਰੀ ਰਾਜਨੀਤੀ ਦਾ ਲੈਵਲ ਬਹੁਤ ਡਾਊਨ ਹੋ ਗਿਆ, ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ ਭਈ 3 ਮੁੱਖ ਮੰਤਰੀ ਬਣਾ ਦਿਆਂਗੇ, ਇੱਕ ਦਲਿਤ, ਇੱਕ ਜੱਟ ਸਿੱਖ ਤੇ ਇੱਕ ਹਿੰਦੂ। ਦੇਖੋ ਹੁਣ ਚਲੋ ਤੁਸੀਂ ਵਧੀਆ ਮਜ਼ਾਕ ਕੀਤਾ ਇਹ, ਪਰ ਮੈਨੂੰ ਲੱਗਦਾ ਕਿ ਪਰਿਵਾਰ ਦਾ ਮੁਖੀ ਤਾਂ ਇੱਕ ਹੀ ਹੋਣਾ ਤੇ ਸੀਐਮ ਵੀ ਹਮੇਸ਼ਾ ਇੱਕ ਹੀ ਹੋਊਗਾ। ਨਹੀਂ, ਉਹ ਜਿਹੜਾ ਇਦਾਂ ਦਾ ਵੀ ਸੁਣਨ ਨੂੰ ਮਿਲਿਆ ਸੀ ਨਾ, ਜਦੋਂ ਸ਼ਾਇਦ ਰਾਜਸਥਾਨ 'ਚ ਇਹਨਾਂ ਨੇ ਕਿਹਾ ਸੀ 2.5 ਸਾਲ ਬਣਾ ਦਾਂਗੇ, ਸ਼ਾਇਦ ਇਸ ਵਾਰੀ ਕਹਿਣਗੇ 1.5 ਸਾਲ ਬਣਾ ਦਾਂਗੇ। ਇਦਾਂ ਵੀ ਤਾਂ ਹੋ ਸਕਦਾ, ਉਹ ਤਾਂ ਕਿ ਭਾਈ ਚਲੋ ਹੋਣੇ ਨੂੰ ਤਾਂ ਕੁਝ ਵੀ ਹੋ ਸਕਦਾ। ਜੇ ਹਰਜੋਤ ਕਮਲ ਵਰਗੇ ਦੀ ਰਿਪਲੇਸਮੈਂਟ ਸੋਨੂ ਸੂਦ ਨਾਲ ਹੋ ਸਕਦੀ ਹੈ, ਸਰ ਮੈਨੂੰ ਇੱਕ ਹੋ ਸਕਦੀ ਸੋਨੂ ਸੂਦ ਨਾਲ, ਕਿ ਹਰਜੋਤ ਕਮਲ ਰਾਤ ਨੂੰ ਵੀ 2-2 ਵਜੇ ਤਾਈਂ ਤੇ ਸਵੇਰੇ 4-4 ਵਜੇ ਵੀ ਉੱਥੇ ਹੁੰਦਾ, ਤੇ ਸੋਨੂ ਸੂਦ ਜੀ ਮੈਨੂੰ ਨਹੀਂ ਲੱਗਦਾ ਵੀ ਸਾਲ ਦੇ ਵਿੱਚ ਵੀ 2-4 ਵਾਰੀ ਆਉਂਦੇ। ਹਰਜੋਤ ਜੀ ਹੁਣ ਤਾਂ ਆਸਾਨ ਹੋ ਗਿਆ, ਡਿਜੀਟਲ ਦਾ ਹੋ ਗਿਆ, ਉਹਨਾਂ ਨੇ ਕੈਂਪੇਨ ਕਰਨੀ ਨਹੀਂ, ਡਿਜੀਟਲ ਤੇ ਤਾਂ ਸੋਨੂ ਸੂਦ 24 ਘੰਟੇ ਵੀ ਰਹਿ ਜਾਣਗੇ। ਸੋ ਇਹ ਗੱਲ ਛੱਡੋ, ਮੈਂ ਇਹ ਪੁੱਛਣਾ ਚਾਹੁੰਦਾ, ਮੇਰਾ ਇੱਕ ਕੁਐਸਚਨ ਦਾ ਆਨਸਰ ਤੁਸੀਂ ਇਹ ਨਹੀਂ ਦਿੱਤਾ ਕਿ ਤੁਹਾਡੀ ਟਿਕਟ ਕੱਟੀ ਕਿਉਂ, ਕਿਹਦੇ ਆਫਟਰ ਆਲ ਦੇਖੋ ਪ੍ਰਧਾਨ ਜਾਂ ਸੀਐਮ ਕਿਹਨੇ ਸਿਫਾਰਿਸ਼ ਕੀਤੀ ਕਿ ਜਿਹੜਾ ਹਰਜੋਤ ਕਮਲ ਨੂੰ ਇਸ ਲਾਇਕ ਨਹੀਂ ਸਮਝਿਆ ਕਿ ਉਹਦੀ ਟਿਕਟ ਕਟਾਉਣ ਦੀ ਗੱਲ ਕੀਤੀ। ਦੇਖੋ ਮੈਂ ਇੱਕ ਬੰਦੇ ਤੇ ਇਲਜ਼ਾਮ ਤਾਂ ਨਹੀਂ ਲਾਉਂਦਾ, ਪਰ ਕਿਤੇ ਆਉਣ ਤੋਂ ਬਾਅਦ ਤੁਹਾਨੂੰ ਲੱਗਿਆ ਇਦਾਂ ਦੀ ਉਥਲ ਪੁਥਲ ਹੋਈ? ਅੱਜ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਹੈਗੀ, ਅਸਲ ਦੇ ਵਿੱਚ ਇਹ ਆ ਕਿ ਇੱਕ ਸੋਚ ਇੱਦਾਂ ਦੀ ਭਾਰੂ ਹੋ ਗਈ ਕਿ ਉਹ ਇੱਕ ਕਹਿੰਦਾ ਮੈਂ ਇਹਦੇ ਕੱਟ ਦੇਵਾਂ, ਦੂਜਾ ਕਹਿੰਦਾ ਮੈਂ ਉਹਦੇ ਵਾਲਾ ਵੱਢ ਦੇਵਾਂ, ਤੀਜਾ ਕਹਿੰਦਾ ਮੈਂ ਉਹਦੇ ਵਾਲਾ ਵੱਢ ਦੇਵਾਂ। ਜਿਹਦਾ ਦਾਅ ਲੱਗ ਗਿਆ। ਅਸਲ ਦੇ ਵਿੱਚ ਮੈਂ ਤਾਂ ਪ੍ਰੋਬਲਮ ਇਹੀ ਹੈ ਕਿ ਮੈਂ ਪੱਧਰ ਜਿਹਾ ਬੰਦਾ। ਚੰਨੀ ਸਾਹਿਬ ਨੇ ਪਿਛਲੀ ਵਾਰੀ ਟਿਕਟ ਦਵਾਈ ਸੀ ਤਾਂ ਮੈਂ ਉਹਨਾਂ ਦੇ ਗੁਣ ਗਾਉਂਦਾ ਸੀ। ਮੈਨੂੰ ਨਾਗਰਾ ਸਾਹਿਬ ਨੇ, ਕੁਲਜੀਤ ਨਾਗਰਾ ਜੀ ਨੇ ਕਾਂਗਰਸ ਸ਼ਾਮਲ ਕਰਾਈ ਸੀ, ਮੈਂ ਉਹਨਾਂ ਦੇ ਅੱਜ ਵੀ ਗੁਣ ਗਾਉਣਾ। ਉਹ ਮੇਰੇ ਰਾਜਨੀਤੀ ਵਾਲੀ ਗੱਲ ਨਹੀਂ, ਮੇਰੇ ਭਰਾ ਨੇ ਉਹ। ਤੇ ਮੈਂ ਸਿੱਧੂ ਸਾਹਿਬ ਪ੍ਰਧਾਨ ਸੀਗੇ ਤੇ ਮੈਂ ਜਿਸ ਪਾਰਟੀ ਦੇ ਵਿੱਚ ਰਿਹਾ, ਉਹ ਮੇਰੇ ਪਰਿਵਾਰ ਨੇ ਮੈਨੂੰ, ਮੇਰੇ ਫਾਦਰ ਸਾਹਿਬ ਐਕਸ ਸਰਵਿਸਮੈਨ ਫੌਜੀ ਸੀ, ਮਦਰ ਮੇਰੀ ਟੀਚਰ ਸੀ, ਮੈਂ ਕੋਈ ਰਾਜਨੀਤਿਕ ਪਰਿਵਾਰ ਚੋਂ ਨਹੀਂ। ਤੋ ਅਸੀਂ ਤਾਂ ਪੱਧਰ ਜਿਹੇ ਬੰਦੇ, ਅਸੀਂ ਤਾਂ ਜਿਹਨੇ ਮੁੱਲ ਮਾੜਾ ਜਿਹਾ ਵੀ ਪਾਇਆ ਉਹਦੇ ਹੀ ਗੁਣ ਗਾਉਣੇ। ਮਤਲਬ ਸਿੱਧੂ ਸਾਹਿਬ ਨੇ ਨਹੀਂ ਪਾਇਆ, ਤੁਸੀਂ ਕਿਹਾ? ਸੋ ਮੈਂ ਜੇ ਪਾਰਟੀ ਦਾ ਪ੍ਰਧਾਨ ਸੀਗਾ ਕੋਈ ਵੀ, ਚਾਹੇ ਉਹ ਪਹਿਲਾਂ ਜਾਖੜ ਸਾਹਿਬ ਰਹੇ ਨੇ, ਚਾਹੇ ਕੈਪਟਨ ਸਾਹਿਬ ਰਹੇ ਨੇ, ਚਾਹੇ ਉਹ ਇਹਨਾਂ ਤੋਂ ਪਹਿਲਾਂ ਵੀ ਪ੍ਰਤਾਪ ਬਾਜਵਾ ਜੀ ਰਹੇ ਨੇ, ਜਿਹਦੇ ਕੋਲ ਵੀ ਝੰਡਾ ਹੁੰਦਾ ਅਸੀਂ ਤਾਂ ਹਮੇਸ਼ਾ ਝੰਡੇ ਨੂੰ ਸਲਾਮ ਕਰਦੇ ਹਾਂ। ਔਰ ਸਿੰਗਲ ਟਰੈਕ ਬੰਦੇ ਆ, ਜੇ ਪੰਜੇ ਨਾ ਰਹੇ ਤੇ ਪੰਜਾ ਹੀ ਦੇਖਦੇ ਸੀ, ਬੰਦਾ ਨਹੀਂ ਸੀ ਦੇਖਦੇ। ਸੋ ਇਹ ਮੈਨੂੰ ਲੱਗਦਾ ਕਿ ਸ਼ਾਇਦ ਪਾਰਟੀ ਦੇ ਵਿੱਚ ਇੱਦਾਂ ਦਾ ਚਾਹੀਦਾ ਸੀਗਾ ਕਿ ਆਪਦਾ ਇੱਕ ਧੜਾ ਬਣਾ ਕੇ ਦੂਜਿਆਂ ਨੂੰ ਗਾਲਾਂ ਕੱਢਦੇ, ਆਪਦੇ ਧੜੇ ਨਾਲ ਖੜ ਕੇ ਫਿਰ। ਪਰ ਮੈਨੂੰ ਉੱਦਾਂ ਦੀ ਰਾਜਨੀਤੀ ਆਉਂਦੀ ਨਹੀਂ। ਮੈਂ ਇਸ ਕਰਕੇ ਦੇਖੋ ਅੱਜ ਮੈਨੂੰ ਟਿਕਟ ਦਾ ਕੋਈ ਟੈਨਸ਼ਨ ਨਹੀਂ, ਨਾ ਮੈਂ ਮੋਗੇ ਦਾ ਪਹਿਲਾ MLA ਆ, ਮੇਰੇ ਤੋਂ ਪਹਿਲਾਂ ਬੜੇ ਸਤਿਕਾਰਯੋਗ MLA ਰਹੇ, ਔਰ ਨਾ ਮੈਂ ਮੋਗੇ ਦਾ ਲਾਸਟ MLA ਆ। ਮੈਂ ਟਨਿਓਰਸ ਹੋ ਸਕਦੀਆਂ, ਤੁਸੀਂ 1 ਕਰ ਲਓ, 2 ਕਰ ਲਓ, 3 ਕਰ ਲਓ, ਕਈ 6 ਵਾਰੀ MLA ਬਣੇ, ਪਰ ਅਖੀਰ 'ਤੇ ਰਿਪਲੇਸਮੈਂਟ ਤਾਂ ਉਹਨਾਂ ਦੀ ਵੀ ਹੋਣੀ। ਸੋ ਇੱਦਾਂ ਦਾ ਮਨ ਦੇ ਵਿੱਚ ਨਾ ਕਦੀ ਆਇਆ। ਪਰ ਜੇ ਤੁਹਾਡੇ ਲਈ ਤਾਂ ਫਿਰ ਉਹ ਜਾਂਦੇ ਮੈਨੂੰ ਤਾਂ ਆਫਰ ਸੀਗੀ, ਕਾਂਗਰਸ ਨੇ ਕਿਹਾ ਸੀਗਾ ਕਿ ਤੁਸੀਂ ਐਡਜਸਟ ਕਰਾਂਗੇ, ਸੀਐਮ ਸਾਹਿਬ ਨੇ ਕਿਹਾ ਸੀ। ਫਿਰ ਜੇ ਟਿਕਟ ਦੀ ਗੱਲ ਹੀ ਨਹੀਂ ਸੀ, ਫਿਰ ਛੱਡੀ ਕਿਉਂ ਆਪਾਂ? ਦੇਖੋ ਜੇ ਮੈਂ ਟਿਕਟ ਦੀ ਗੱਲ ਹੁੰਦੀ ਤਾਂ ਫਿਰ ਉਹ ਤਾਂ ਮੈਨੂੰ ਦੇ ਰਹੇ ਸੀ ਟਿਕਟ ਅਮਰਗੜ੍ਹ ਤੋਂ। ਮੈਂ ਇਕੱਲਾ MLA ਸ਼ਿਪ ਮੇਰੇ ਵਾਸਤੇ ਵੱਡੀ ਨਹੀਂ, ਮੇਰੇ ਵਾਸਤੇ ਮੇਰਾ ਮੋਗਾ ਇਹ ਸਾਰੇ ਪਰਿਵਾਰ ਵਰਗਾ, ਔਰ ਮੇਰੇ ਲਈ ਮੋਗਾ ਜਿਹੜਾ ਉਹ ਬਹੁਤ ਵੱਡੀ ਚੀਜ਼ ਆ। ਸੋ ਮੈਂ ਆਈ ਰਿਫਿਊਜ਼ਡ ਕਿ ਮੈਂ ਮੋਗਾ ਨਹੀਂ BJP ਤੋਂ ਮੋਗਾ ਤੋਂ ਤੁਹਾਨੂੰ ਸੀਟ ਇਹਦਾ ਮਤਲਬ ਮਿਲ ਰਹੀ ਹੈ। ਹੁਣ BJP ਦੇ ਹੁਣ ਕਮਲ ਖਿਲਾਏਗਾ ਮੋਗਾ 'ਚ। ਜੇ BJP ਨੂੰ ਗੱਲ ਗੁਬਾਰਾ ਹੋਈ, ਉਹਨਾਂ ਨੂੰ ਲੱਗਿਆ ਕਿ ਹਰਜੋਤ ਕਮਲ ਉਹਨਾਂ ਵਾਸਤੇ ਐਸੈਟ ਹੈਗਾ, ਔਰ ਮੈਂ ਸਮਝਦਾ ਕਿ ਬੰਦਾ ਜਦੋਂ ਵੀ ਕੋਈ ਜਿੱਤਦਾ ਹੈਗਾ ਤਾਂ ਉਹਦੇ ਵਿੱਚ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਜਾਂ ਮੈਂ ਤੁਹਾਨੂੰ ਕਿਹਾ ਕਿ ਇੱਕ ਚੈਨਲ ਵਾਲੇ ਹੋਰ ਵੀ ਅੱਜ ਮੈਨੂੰ ਕਿਸੇ ਨੇ ਇਹ ਗੱਲ ਕਹੀ, ਆਪਦੀ ਸਿਫਤ ਸੁਣਨੀ ਸਭ ਨੂੰ ਚੰਗੀ ਲੱਗਦੀ ਹੁੰਦੀ ਹੈ, ਔਰ ਕਿ ਮੋਗੇ 'ਚ ਕਾਂਗਰਸ ਨਹੀਂ ਹਰਜੋਤ ਕਮਲ ਜਿੱਤਿਆ ਸੀ। ਪਰ ਮੈਂ ਸਮਝਦਾ ਕਿ ਹਰਜੋਤ ਕਮਲ ਇਕੱਲਾ ਇੰਨੇ ਜੋਗਾ ਨਹੀਂ ਹੈਗਾ। ਹਰਜੋਤ ਕਮਲ ਜਦੋਂ ਵੀ ਕਿਸੇ ਪਾਰਟੀ ਨਾਲ ਹੱਥ ਮਿਲਿਆ ਤਾਂ ਹੀ ਜਿੱਤਦਾ ਹੈਗਾ। ਮੇਰੇ ਕੋਲੇ ਇੱਕ ਕਾਂਗਰਸ ਦਾ ਨਿਸ਼ਾਨ ਸੀ ਉਸ ਵੇਲੇ, ਤੇ ਬੇਸ਼ੱਕ
ਉਹ ਖਿੰਡੀ ਪੁੰਡੀ ਪਾਰਟੀ ਮੈਂ ਇਕੱਠੀ ਕੀਤੀ, ਪਰ ਉਹਦੇ 'ਚ ਕਾਂਗਰਸੀ ਵਰਕਰਾਂ ਨੇ ਔਰ ਖਾਸ ਕਰਕੇ ਮੇਰੇ ਲੋਕਾਂ ਨੇ, ਮੋਗੇ ਦੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਸੀ, ਉਹਨਾਂ ਨੇ ਮੇਰਾ ਸਾਥ ਦਿੱਤਾ ਤਾਂ ਮੈਂ ਜਿੱਤਿਆ ਸੀ। ਅੱਜ ਮੈਂ ਬੀਜੇਪੀ ਜੁਆਇਨ ਕੀਤੀ ਹੈ ਔਰ ਮੈਂ ਜਿੱਥੇ ਬੀਜੇਪੀ ਪਰਿਵਾਰ ਦਾ ਸਾਰੇ ਦਾ ਧੰਨਵਾਦ ਕਰਦਾ, ਮੈਨੂੰ ਉਹਨਾਂ ਨੇ ਆਪਣੇ ਪਰਿਵਾਰ 'ਚ ਸ਼ਾਮਲ ਕੀਤਾ। ਉੱਥੇ ਹੀ ਮੈਂ ਇਹ ਹੁਣ ਮੇਰੀ ਪਾਰਟੀ ਫੈਸਲਾ ਕਰੂਗੀ। ਜੇ ਉਹਨਾਂ ਨੂੰ ਲੱਗਿਆ ਕਿ ਹਰਜੋਤ ਕਮਲ ਮੋਗੇ ਤੋਂ ਜਿੱਤ ਸਕਦਾ ਤਾਂ ਡੈਫੀਨੇਟਲੀ ਜਿਹੜਾ ਪੁਸ਼ਤੈਨੀ ਪਾਰਟੀ ਹੁਣ ਛੱਡਣ ਦਾ ਕਸੂਰ ਕਿਹਦੇ ਸਿਰ ਮੜੋਗੇ? ਕਿਹਨੂੰ ਕਸੂਰਵਾਰ ਦਿਓਗੇ? ਪੁਸ਼ਤੈਨੀ ਪਾਰਟੀ ਛੱਡਣੀ ਪਈ ਜਿਹਨੂੰ ਹੱਥਾਂ ਨਾਲ ਸਿੱਚ ਕੇ ਵੱਡਾ ਕੀਤਾ, ਮਤਲਬ ਬਰਾਬਰ ਦਾ ਪਹੁੰਚਾਇਆ ਹੋਵੇ, ਇੱਕ ਮਾਣ ਹੋਵੇ। ਹਜੇ ਵੀ ਮੈਨੂੰ ਤਾਂ ਲੱਗਦਾ ਕਈ ਵਾਰੀ ਇੱਦਾਂ ਹੁੰਦਾ ਤੁਸੀਂ ਉਹਨਾਂ ਲੋਕਾਂ ਵਿੱਚੋਂ, ਨੇਤਾਵਾਂ ਵਿੱਚੋਂ ਕਿ ਸਟੇਜ 'ਤੇ ਚੜ੍ਹ ਕੇ ਕਈ ਵਾਰੀ ਹਜੇ ਵੀ ਪੁਰਾਣੀ ਪਾਰਟੀ ਨਾ ਬੋਲ ਜਾਓ ਕਿ ਯਾਰ, ਕਿਉਂਕਿ ਉਹ ਹੱਡਾਂ 'ਚ ਬਸੀ ਹੋਈ ਹੈ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਮੈਂ ਉਹੀ ਤਾਂ ਕਹਿ ਰਿਹਾ, ਫਿਰ ਉਹ ਪਾਰਟੀ ਨੂੰ ਛਡਵਾਉਣ ਦਾ ਕਸੂਰ ਕਿਹਦੇ ਸਿਰ ਮੱਥੜੋਗੇ? ਮੈਂ ਕਹਿੰਦਾ ਕਿ ਰੱਬ ਨੂੰ ਮੰਨਣ ਵਾਲਾ ਬੰਦਾ ਮੈਂ, ਔਰ ਡੈਸਟੀਨੀ 'ਤੇ ਭਰੋਸਾ ਕਰਦਾ। ਮੇਰੇ ਮੁਕੱਦਰਾਂ ਦੇ ਵਿੱਚ ਅਜੇ MLA-ਸ਼ਿਪ ਲਿਖੀ ਵੀ ਹੈ, ਸੋ ਪਤਾ ਨਹੀਂ ਪਰਮਾਤਮਾ ਇਹੀ ਚਾਹੁੰਦਾ ਸੀ, ਉਹਨੂੰ ਲੱਗਦਾ ਸੀਗਾ ਵੀ ਉੱਥੇ ਨਾ ਗੱਲ ਬਣੇ, ਤੇ ਪਤਾ ਨਹੀਂ ਇਸੇ ਤਰ੍ਹਾਂ ਹੀ ਹਾਲਾਤ ਤਾਂ ਹੀ ਇੱਦਾਂ ਦੇ ਕ੍ਰੀਏਟ ਹੋ ਗਏ। ਇੱਧਰ ਆ ਗਿਆ ਮੈਂ, ਤੇ ਹੁਣ ਜੇ ਬੀਜੇਪੀ ਨੇ ਇਸ ਲਾਇਕ ਸਮਝਿਆ ਤਾਂ ਫਿਰ ਕਿਰਪਾ ਹੋ ਜਾਣੀ ਹੈ। ਸੋ ਮੈਂ ਸਮਝਦਾ ਕਿ ਜਿਹੜੀ ਤੁਸੀਂ ਪੁੱਛਿਆ ਕਿ ਕਿਹਦੇ ਸਿਰ 'ਤੇ ਸਿਰ ਸੁਰ ਇਹ ਕਾਹਦਾ ਹੈ ਜੀ, ਇਹ ਮੁਕੱਦਰਾਂ ਦੇ ਸੌਦੇ ਆ। ਪਤਾ ਨਹੀਂ ਮੈਂ ਇੱਧਰੋਂ ਆ ਕੇ ਮੈਨੂੰ ਕੁਛ ਮਿਲਣਾ ਸੀ, ਜਾਂ ਪਤਾ ਨਹੀਂ ਐਂ ਕਹਿ ਲਓ ਕਿ ਪਾਰਟੀ ਨੇ ਇੱਕ, ਤੁਸੀਂ ਜੇ ਕਿਹਾ ਚੰਗਾ ਐਸਟ ਗਵਾਇਆ ਹੈਗਾ। ਮੈਂ ਆਪਣੀਆਂ ਸਿਫਤਾਂ ਤੇ ਨਹੀਂ ਕਰਦਾ, ਪਰ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਕਾਂਗਰਸ ਪਾਰਟੀ ਨਾਲ ਨਿਸ਼ਠਾ ਨਾਲ ਖੜੇ ਸੀ ਔਰ ਇੱਕ ਮਿਹਨਤੀ ਕਾਂਗਰਸ ਪਾਰਟੀ ਨੂੰ ਕੋਈ ਸਲਾਹ ਦੇਣਾ ਚਾਹੋਗੇ? ਦੇਖੋ ਜੀ, ਸਲਾਹ ਤਾਂ ਫਿਰ ਮੇਰੀ ਇਹੀ ਹੈ ਵੀ ਜੇ ਉਹਨਾਂ ਦੀ ਸੋਚ, ਉਹਨਾਂ ਨੂੰ ਮੁਬਾਰਕ, ਔਰ ਜੇ ਉਹਨਾਂ ਨੇ ਇਹ ਫੈਸਲਾ ਹੀ ਕਰ ਲਿਆ ਕਿ ਕਿਤੇ ਸਿੱਧੂ ਮੂਸੇਵਾਲਾ ਸਾਹਿਬ, ਉੱਥੇ ਵੀ ਮੇਰੇ ਬੜੇ ਸਤਿਕਾਰਯੋਗ ਵੱਡੇ ਭਰਾਵਾਂ ਵਰਗੇ ਮਿੱਤਰ MLA ਸੀਗੇ, ਨਾਜਰ ਸ਼ਾਹੀਆ ਸਾਹਿਬ, ਉਹਨਾਂ ਨੂੰ ਕੱਟਤਾ। ਉੱਥੇ ਦੂਜਾ ਮੇਰਾ ਇੱਕ ਛੋਟਾ ਭਰਾ, ਬੜਾ ਮੇਰਾ ਪਿਆਰਾ ਵੀਰ ਜਸਪਿੰਦਰ, ਉਹ ਵੀ ਮਿਹਨਤ ਕਰਦਾ ਸੀ, ਕਿਸੇ ਦੇ ਵੀ ਨਹੀਂ ਪੱਲੇ ਪਾਇਆ ਕੁਛ। ਸੋ ਜੇ ਨਾਲ ਲੈ ਕੇ ਆਏ ਤੁਸੀਂ, ਜੇ ਉੱਥੇ ਜੇ ਪਿਆਰਾ ਭਰਾ ਹੀ ਹੈ, ਤੁਸੀਂ ਕਿਹਾ ਪਿਆਰਾ ਭਰਾ ਹੈ, ਤੇ ਉਹਨੂੰ ਨਾਲ ਲੈ ਕੇ ਨਹੀਂ ਆਏ? ਦੇਖੋ ਇਹ ਉਹਦੀ ਆਪਣੀ ਮਰਜ਼ੀ ਆ। ਮੈਨੂੰ ਨੱਡਾ ਸਾਹਿਬ ਨੇ ਨਾਲ ਮੇਰਾ ਪਰਿਵਾਰਕ ਰਿਲੇਸ਼ਨ ਸੀਗਾ, ਚੰਗੇ ਬੰਦੇ ਸੀਗੇ। ਮੈਨੂੰ ਇੱਧਰੋਂ ਬਹੁਤ ਸਾਰੇ ਸਾਥੀਆਂ ਨੇ, ਜਿਸ ਦਿਨ ਮੈਂ ਉੱਧਰੋਂ ਨਿਰਾਸ਼ਾ ਹੋਈ ਹੈ, ਰਾਣਾ ਸੋਢੀ ਜੀ, ਫਤਿਹ ਜੰਗ ਬਾਜੀ, ਔਰ ਮੇਰੇ ਮੋਗੇ ਤੋਂ DGP ਸਾਹਿਬ ਰਿਟਾਇਰਡ ਨੇ, ਉਹ ਇਹਦੇ 'ਚ ਨੇ। ਮੈਨੂੰ ਪਤਾ ਨਹੀਂ ਕਿੰਨੇ ਕੁ ਬੰਦਿਆਂ ਨੇ ਇਸ ਗੱਲ ਨੂੰ ਕਿਹਾ ਕਿ ਤੂੰ ਇੱਧਰ ਆ ਜਾ, BJP ਨੂੰ ਆ ਜਾ। ਮੈਂ ਤਾਂ ਦੇਖਿਆ ਹੀ ਨਹੀਂ। ਮੇਰੇ ਮੁੰਡੇ ਨੇ ਵੀ ਉਹ ਤੋਂ ਸ਼ਾਇਦ ਦੱਸਿਆ ਹੋਣਾ, ਕੋਈ ਮੈਂ ਇੱਦਾਂ ਹੀ ਇੰਟਰਵਿਊ 'ਚ ਕਿਤੇ ਕਾਲ ਮਿਸ ਕਰ ਗਿਆ। ਮਨਜਿੰਦਰ ਸਿੰਘ ਸਿਰਸਾ ਹੋਣਾ ਦਾ ਫੋਨ ਆਇਆ ਸੀ, ਉਹ ਮੈਨੂੰ ਦਿੱਲੀ ਸਪੈਸ਼ਲੀ ਮੇਰੇ ਉੱਥੇ ਮੈਂ ਠਹਿਰਿਆ ਪਿਆ ਸੀ, ਲੇ ਮੈਰੀਡੀਅਨ ਆ ਕੇ ਮਿਲ ਕੇ ਗਏ ਨੇ ਘੰਟਾ, ਅਤੇ ਮੈਨੂੰ ਕਹਿੰਦੇ ਮੈਂ ਤਾਂ ਉਦਣ ਵੀ ਫੋਨ ਕੀਤਾ ਸੀ ਆ ਜਾ। ਸੋ ਮੇਰੇ ਸਾਰੇ, ਮੈਨੂੰ ਲੱਗਿਆ ਕਿ ਬਹੁਤ ਸਾਰੇ ਇੱਥੇ ਮੇਰੇ ਜਾਣਕਾਰ, ਪੁਰਾਣੇ ਵਾਕਫਕਾਰ ਆ, ਮੈਨੂੰ ਪਿਆਰ ਨਾਲ ਬੁਲਾ ਰਹੇ, ਔਰ ਮੈਂ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਮੋਗੇ ਵਾਲਿਆਂ ਨਾਲ। ਮੈਂ ਜਿਹਨੂੰ ਕਿਹਾ ਤਾਂ ਉਹ ਹਰ ਬੰਦੇ ਨੇ ਇੱਕੋ ਹੀ ਗੱਲ ਕਹੀ ਕਿ ਅੱਜ ਨੈਸ਼ਨਲ ਪਾਰਟੀ ਹੈ ਔਰ ਇਹ ਚੰਗੀ ਵਧੀਆ ਸੰਗਠਿਤ ਢਾਂਚਾ ਇਹਨਾਂ ਦਾ ਹੈਗਾ। ਸੋ ਜੇ ਆਪਣੀ ਜਿਹੜੀ ਪਾਰਟੀ ਦੇ ਵਿੱਚ ਇੰਨੀ ਦੇਰ ਰਹੇ ਆ, ਜੇ ਉਹਨਾਂ ਨੇ ਨਹੀਂ ਕਦਰ ਪਾਈ ਤਾਂ ਫਿਰ ਜਾਂ ਤਾਂ ਰਾਜਨੀਤੀ ਛੱਡ ਦਿਓ, ਜੇ ਕਰਨੀ ਹੈ ਤਾਂ ਫਿਰ ਕਿਸੇ ਨਾਲ ਤਾਂ ਜੁੜਨਾ ਪੈਣਾ। ਔਰ ਉਹਦੇ ਵਿੱਚੋਂ ਜਿਹੜੀਆਂ 2-3 ਆਫਰਸ ਸੀਗੀਆਂ, ਅਤੇ ਉਹਨਾਂ ਵਿੱਚੋਂ ਮੈਨੂੰ ਲੱਗਦਾ ਸਭ ਤੋਂ ਬੈਸਟ ਜਿਹੜੀ ਹੈਗੀ ਉਹ BJP ਹੈ। ਹੁਣ ਕਾਂਗਰਸ ਦੇ ਜੋ ਅੱਜ ਹਾਲਾਤ ਹੋ ਗਏ ਪੰਜਾਬ 'ਚ, ਉਹਦਾ ਜ਼ਿੰਮੇਵਾਰ ਕਿਹਨੂੰ ਕਹੋਗੇ? ਜ਼ਿੰਮੇਵਾਰ ਤਾਂ ਫਿਰ ਉਹ ਮੇਰੇ ਵਰਗੇ MLA ਹੀ ਆ, ਜਿਨ੍ਹਾਂ ਨੇ ਆਪਣਾ ਜਿਹੜਾ ਲੜਾਈ ਨਹੀਂ ਕੀਤੀ, ਕੁੱਟਮਾਰ ਨਹੀਂ ਕੀਤੀ, ਰੇਤਾ ਰੂਤਾ ਨਹੀਂ ਵੇਚਿਆ। ਕੋਈ ਜੇ ਇੱਦਾਂ ਦਾ ਕੀਤਾ ਹੁੰਦਾ, 4 ਪੈਸੇ ਤਾਂ ਦੇ ਕੇ ਡਾਇਰੈਕਟ ਪੱਕੀ ਕਰ ਲੈਂਦੇ। ਅੱਛਾ, ਚਲੋ, ਹੋਰ ਕੁਝ ਕਹਿਣਾ ਚਾਹੋਗੇ ਜੀ? ਉਹਨਾਂ ਨੂੰ ਕਲਾਕਾਰ ਸੰਵੰਡਣੇ ਹੋਣ, ਔਰ ਮੈਂ ਕਹੂੰਗਾ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੀ ਐਸੈਟਸ, ਆਪਣੇ ਪੁਰਾਣੇ ਵਰਕਰ, ਆਪਣੇ ਸਾਥੀਆਂ ਨੂੰ ਛੱਡ ਕੇ ਕਲਾਕਾਰਾਂ ਦੇ ਸਿਰ 'ਤੇ ਸਰਕਾਰ ਬਣਾ ਸਕਦੇ ਤਾਂ 1-2 ਤਾਂ ਆਪ ਹੈਗੇ ਕਲਾਕਾਰ। ਉਹ ਬਾਕੀ ਪੰਜਾਬ ਦੇ ਵਿੱਚ ਬਹੁਤ ਵਧੀਆ ਕਲਾਕਾਰ ਬੈਠੇ ਆ, ਉਹਨਾਂ ਨੂੰ ਲੈ ਆਉਣ 117 ਤੇ ਉਹਨਾਂ ਨੂੰ ਲੜਾ ਲੈਣ, ਨਾਲੇ ਵਧੀਆ ਵਿਧਾਨ ਸਭਾ 'ਚ ਖਾੜਾ ਲੱਗਿਆ ਰਹੂਗਾ। ਥੈਂਕ ਯੂ ਭਾਈ, ਧੰਨਵਾਦ।
ਸੋ ਦੋਸਤੋ ਇਹ ਸੀਗੇ ਡਾਕਟਰ ਹਰਜੋਤ ਕਮਲ ਜੀ ਜਿਨ੍ਹਾਂ ਨੇ ਸਾਡੇ ਨਾਲ ਜਿਨ੍ਹਾਂ ਨਾਲ ਰੂਬਰੂ ਹੋਣ ਦਾ ਸਾਨੂੰ ਮੌਕਾ ਮਿਲਿਆ। ਸੋ ਇਹਨਾਂ ਨਾਲ ਜੋ ਵੀ ਗੱਲਾਂ ਸੀਗੀਆਂ ਅਸੀਂ ਤੁਹਾਡੇ ਤੱਕ ਪਹੁੰਚਾਈਆਂ। ਇੱਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, बने रहो जाने तैशी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।